ਮੇਰਾ ਵਿਆਹ ਮਾਰਚ ਵਿੱਚ ਸੀ, ਪਰ ਮੇਰੀ ਮੰਮੀ ਤੇ ਭਾਬੀ ਨੇ ਸ਼ਾਪਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਮੇਰਾ ਭਰਾ ਬਾਹਰ ਰਹਿੰਦਾ ਸੀ, ਇਸ ਲਈ ਮੈਂ ਭਾਬੀ ਕੋਲ ਸੌਂ ਜਾਂਦੀ ਸੀ। ਭਾਬੀ ਦੇ ਕਮਰੇ ਵਿੱਚ ਦੋ ਅਲਮਾਰੀਆਂ ਸੀ, ਇੱਕ ਵੱਡੀ ਤੇ ਇੱਕ ਛੋਟੀ। ਇੱਕ ਅਲਮਾਰੀ ਵਿੱਚ ਮੇਕਅਪ ਦਾ ਸਮਾਨ ਸੀ ਤੇ ਇੱਕ ਅਲਮਾਰੀ ਹਮੇਸ਼ਾ ਲੌਕ ਰਹਿੰਦੀ ਸੀ। ਮੈਂ ਭਾਬੀ ਨੂੰ ਕਿੰਨੀ ਵਾਰੀ ਪੁੱਛਿਆ ਕਿ ਇਸ ਅਲਮਾਰੀ ਵਿੱਚ ਕੀ ਹੈ, ਇਸ ਤਾਂ ਅਲਮਾਰੀ ਭਾਬੀ ਵਿੱਚ ਕਹਿੰਦੇ ਕੀ ਹੈ, ਤਾਂ ਉਹ ਕਹਿੰਦੇ ਕਿ ਕੁਝ ਨਹੀਂ, ਜ਼ਰੂਰੀ ਸਮਾਨ ਤੇ ਗਹਿਣੇ ਹਨ। ਅਸੀਂ ਦੋਨੋਂ ਬਹੁਤ ਗੱਲਾਂ ਕਰਦੇ ਤੇ ਕਦੀ-ਕਦੀ ਮੇਰੇ ਭਰਾ ਦਾ ਫੋਨ ਆ ਜਾਂਦਾ ਅਤੇ ਭਾਬੀ ਦੂਸਰੇ ਕਮਰੇ ਵਿੱਚ ਚਲੇ ਜਾਂਦੇ ਤੇ ਕਾਫੀ ਟਾਈਮ ਗੱਲਾਂ ਕਰਦੇ ਰਹਿੰਦੇ ਤੇ ਮੈਂ ਆਪਣੇ ਮੰਗੇਤਰ ਰਾਜਵੀਰ ਨਾਲ ਗੱਲ ਕਰਨ ਲੱਗ ਜਾਂਦੀ ਸੀ। ਮੇਰੇ ਭਰਾ ਦੇ ਆਉਣ ਵਿੱਚ ਹਾਲੇ 1 ਮਹੀਨਾ ਰਹਿ ਗਿਆ ਸੀ। ਇੱਕ ਦਿਨ ਰਾਤ ਦੇ 2 ਵਜੇ ਸੀ ਤੇ ਭਾਬੀ ਕਮਰੇ ਵਿੱਚ ਨਹੀਂ ਸੀ। ਮੈਂ ਸੋਚਿਆ ਵੀਰੇ ਦਾ ਫੋਨ ਆਇਆ ਹੋਣਾ, ਪਰ ਫੋਨ ਬੈੱਡ 'ਤੇ ਸੀ। ਮੈਂ ਉੱਠ ਕੇ ਵੇਖਿਆ ਭਾਬੀ ਬਾਥਰੂਮ ਵਿੱਚ ਉਲਟੀਆਂ ਕਰ ਰਹੇ ਸੀ। ਮੈਂ ਪੁੱਛਿਆ ਕਿ ਭਾਬੀ ਤੁਸੀਂ ਠੀਕ ਹੋ? ਤਾਂ ਭਾਬੀ ਨੇ ਕਿਹਾ ਕਿ ਕੁਝ ਉਲਟਾ ਸਿੱਧਾ ਖਾ ਲਿਆ, ਇਸ ਲਈ ਪੇਟ ਦਰਦ ਹੈ, ਤਾਂ ਹੀ ਉਲਟੀਆਂ ਆ ਰਹੀਆਂ ਹਨ। ਦਵਾਈ ਲੈ ਲਈ ਹੈ, ਠੀਕ ਹੋ ਜਾਣਾ। ਅਗਲੀ ਸਵੇਰ ਭਾਬੀ ਸ਼ਹਿਰ ਚਲੇ ਗਏ, ਕਿਸੇ ਨੂੰ ਨਾਲ ਵੀ ਨਹੀਂ ਲੈ ਕੇ ਗਏ। ਮੈਂ ਕੰਮ ਕੀਤਾ ਤੇ ਕਮਰੇ ਵਿੱਚ ਚਲੀ ਗਈ। ਮੇਰਾ ਦਿਲ ਛੋਟੀ ਅਲਮਾਰੀ ਖੋਲ੍ਹਣ ਦਾ ਸੀ, ਪਰ ਭਾਬੀ ਨੇ ਚਾਬੀਆਂ ਲੁਕਾ ਕੇ ਰੱਖੀਆਂ ਸਨ। ਮੈਂ ਚਾਬੀਆਂ ਨੂੰ ਲੱਭਣ ਲੱਗੀ ਤਾਂ ਮੈਨੂੰ ਦੂਜੀ ਅਲਮਾਰੀ ਵਿੱਚ ਕੱਪੜਿਆਂ ਦੇ ਨੀਚੋਂ ਚਾਬੀਆਂ ਲੱਭ ਗਈਆਂ। ਮੈਂ ਅਲਮਾਰੀ ਵਿੱਚ ਦੇਖਿਆ ਕਿ ਕੁਝ ਗਹਿਣੇ ਤੇ ਜ਼ਰੂਰੀ ਸਮਾਨ ਦੇ ਨਾਲ ਕੁਝ ਦਵਾਈਆਂ ਵੀ ਸਨ। ਮੈਂ ਉਹਨਾਂ ਦੀ ਫੋਟੋ ਆਪਣੇ ਫੋਨ ਵਿੱਚ ਖਿੱਚ ਲਈ। ਉਹਨਾਂ ਵਿੱਚੋਂ ਕੁਝ ਦਵਾਈਆਂ ਬਾਰੇ ਮੈਨੂੰ ਪਤਾ ਸੀ, ਕਿਉਂਕਿ 2 ਸਾਲ ਪਹਿਲਾਂ ਮੇਰੇ ਕਾਲਜ ਵਿੱਚ ਪੜ੍ਹਦੇ ਗਲਤੀ ਹੋ ਗਈ ਸੀ। ਮੈਂ ਪ੍ਰੈਗਨੈਂਟ ਹੋ ਗਈ ਸੀ। ਭਾਬੀ ਨੇ ਮੈਨੂੰ ਦਵਾਈ ਲਿਆ ਕੇ ਦਿੱਤੀ ਸੀ, ਕਿਉਂਕਿ ਮੇਰੇ ਬॉयਫ੍ਰੈਂਡ ਨੇ ਮੇਰਾ ਸਾਥ ਦੇਣ ਤੋਂ ਮਨਾ ਕਰ ਦਿੱਤਾ ਸੀ। ਭਾਬੀ ਨੇ ਮੇਰਾ ਬਹੁਤ ਸਾਥ ਦਿੱਤਾ ਸੀ ਅਤੇ ਭਾਬੀ ਨੇ ਘਰ ਵਿੱਚ ਕਿਸੇ ਨੂੰ ਮੇਰੇ ਬਾਰੇ ਨਹੀਂ ਦੱਸਿਆ ਸੀ। ਫਿਰ ਮੈਂ ਗੂਗਲ ਦੇ ਉੱਤੇ ਸਰਚ ਕੀਤਾ ਤਾਂ ਪਤਾ ਲੱਗਿਆ ਕਿ ਇਹ ਦਵਾਈ 2 ਤੋਂ 3 ਮਹੀਨੇ ਦਾ ਬੱਚਾ ਗਿਰਾਉਣ ਦੀ ਦਵਾਈ ਹੈ। ਮੈਂ ਭਾਬੀ ਬਾਰੇ ਗਲਤ ਸੋਚਣ ਲੱਗੀ। ਮੇਰੇ ਭਰਾ ਨੂੰ ਬਾਹਰ ਗਏ 1.5 ਸਾਲ ਹੋ ਗਿਆ। ਭਾਬੀ ਇੱਕ ਵਾਰ ਆਪਣੇ ਪੇਕੇ ਨਹੀਂ ਗਈ। ਘਰ ਵਿੱਚ ਮੇਰਾ 15 ਸਾਲਾਂ ਦਾ ਛੋਟਾ ਭਰਾ ਸੀ। ਭਾਬੀ ਸ਼ਾਮ ਨੂੰ ਘਰ ਆਏ, ਬਹੁਤ ਥੱਕੇ ਲੱਗ ਰਹੇ ਸੀ। ਮੈਂ ਕਿਹਾ ਭਾਬੀ ਲੇਟ ਹੋ ਗਏ, ਤਾਂ ਭਾਬੀ ਨੇ ਕਿਹਾ ਤੇਰੇ ਵਿਆਹ ਦਾ ਜ਼ਰੂਰੀ ਸਮਾਨ ਲੈਣ ਗਈ ਸੀ, ਇਸ ਕਰਕੇ ਦੇਰ ਹੋ ਗਈ। ਮੈਨੂੰ ਸੱਚ ਨਾ ਆਇਆ। ਮੈਨੂੰ ਲੱਗਾ ਭਾਬੀ ਬੱਚਾ ਗਿਰਾਉਣ ਦੇ ਹਸਪਤਾਲ ਤੋਂ ਆਏ ਹਨ। ਰਾਤ ਨੂੰ ਭਾਬੀ ਦੇ ਫੋਨ ਦੀ ਬੈਲ ਵੱਜੀ। ਭਾਬੀ ਨੇ ਕਿਹਾ ਤੇਰੇ ਵੀਰ ਦਾ ਫੋਨ ਹੈ, ਤੇ ਉੱਠ ਕੇ ਉਹ ਬਾਹਰ ਚਲੇ ਗਏ। ਪਰ ਮੈਨੂੰ ਇਸ ਗੱਲ ਦਾ ਵੀ ਸੱਚ ਨਾ ਆਇਆ ਅਤੇ ਮੈਂ ਆਪਣੇ ਭਰਾ ਨੂੰ ਫੋਨ ਮਿਲਾ ਲਿੱਤਾ। ਉਸਨੇ ਚੁੱਕਿਆ ਤੇ ਹਾਲ ਚਾਲ ਪੁੱਛਿਆ ਤੇ ਕਿਹਾ ਕਿ ਮੇਰੀ 20 ਤਰੀਕ ਦੀ ਟਿਕਟ ਹੈ। ਮੈਂ ਬਸ ਤੇਰੀ ਭਾਬੀ ਨੂੰ ਦੱਸਣ ਹੀ ਲੱਗਾ ਸੀ। ਮੈਂ ਕਿਹਾ ਭਾਬੀ ਲਈ ਵਧੀਆ ਗਿਫਟ ਲੈ ਕੇ ਆਉਣਾ। ਭਾਬੀ ਮੇਰੇ ਵਿਆਹ ਲਈ ਬਹੁਤ ਮਿਹਨਤ ਕਰ ਰਹੇ ਹਨ, ਪਰ ਉਹਨਾਂ ਨੂੰ ਦੱਸਣਾ ਨਹੀਂ। ਇਹ ਕਹਿ ਕੇ ਮੈਂ ਯਕੀਨ ਹੋ ਗਿਆ ਸੀ ਕਿ ਭਾਬੀ ਦਾ ਕਿਸੇ ਨਾਲ ਚੱਕਰ ਹੈ ਤੇ ਉਹ ਗੱਲ ਕਰਦੇ ਹਨ। ਮੈਨੂੰ ਬਹੁਤ ਬੇਚੈਨੀ ਸੀ ਕਿ ਪਤਾ ਲੱਗੇ ਆਖਰ ਕੌਣ ਹੈ। ਮੇਰੇ ਭਰਾ ਦੇ ਆਉਣ ਵਿੱਚ ਥੋੜ੍ਹੇ ਹੀ ਦਿਨ ਰਹਿ ਗਏ ਸੀ। ਮੈਨੂੰ ਭਾਬੀ ਦਾ ਫੋਨ ਚਾਹੀਦਾ ਸੀ। ਮੈਂ ਭਾਬੀ ਨੂੰ ਕਿਹਾ ਕਿ ਮੈਨੂੰ ਤੁਹਾਡਾ ਫੋਨ ਚਾਹੀਦਾ ਹੈ। ਮੈਂ ਰਾਜਵੀਰ ਨਾਲ ਗੱਲ ਕਰ ਰਹੀ ਸੀ ਤਾਂ ਮੇਰਾ ਫੋਨ ਬੰਦ ਹੋ ਗਿਆ। ਭਾਬੀ ਨੇ ਕਿਹਾ ਮੇਰੇ ਫੋਨ ਦੀ ਬੈਟਰੀ ਖਤਮ ਹੋ ਗਈ ਹੈ। ਚਾਰਜਿੰਗ 'ਤੇ ਲਾਇਆ ਹੈ, ਕੁਝ ਸਮੇਂ ਤੱਕ ਲੈ ਲਈ। ਮੈਂ ਆਪਣੇ ਭਰਾ ਦੇ ਆਉਣ ਤੋਂ ਪਹਿਲਾਂ ਸਭ ਪਤਾ ਕਰਨਾ ਚਾਹੁੰਦੀ ਸੀ। ਇੱਕ ਦਿਨ ਭਾਬੀ ਤੇ ਮਾਂ ਦੋਨੋਂ ਬਾਜ਼ਾਰ ਗਏ ਤੇ ਮੈਂ ਭਾਬੀ ਦੀ ਅਲਮਾਰੀ ਖੋਲ੍ਹੀ ਤਾਂ ਮੈਨੂੰ ਇੱਕ ਫੋਟੋ ਲੱਭੀ। ਮੇਰੇ ਹੋਸ਼ ਉੱਡ ਗਏ, ਕਿਉਂਕਿ ਇਹ ਫੋਟੋ ਮੇਰੇ ਮੰਗੇਤਰ ਰਾਜਵੀਰ ਦੀ ਮੇਰੀ ਭਾਬੀ ਨਾਲ ਸੀ। ਮੇਰਾ ਰਿਸ਼ਤਾ ਭਾਬੀ ਨੇ ਹੀ ਕਰਵਾਇਆ ਸੀ, ਕਿਸੇ ਦੂਰ ਦੇ ਰਿਸ਼ਤੇਦਾਰ ਨਾਲ। ਅਸਲ ਵਿੱਚ ਉਹ ਭਾਬੀ ਦਾ ਆਸ਼ਿਕ ਸੀ। ਭਾਬੀ ਉਸ ਨਾਲ ਗੱਲ ਕਰਦੇ ਸੀ। ਮੈਂ ਫੋਟੋ ਆਪਣੇ ਫੋਨ ਵਿੱਚ ਸੇਵ ਕਰ ਲਈ। ਸੋਚਿਆ ਸਭ ਨੂੰ ਦੱਸ ਦੇਵਾਂ ਕਿ ਸਾਡੇ ਨਾਲ ਧੋਖਾ ਹੋ ਰਿਹਾ ਹੈ ਤੇ ਫੋਟੋ ਆਪਣੇ ਭਰਾ ਨੂੰ ਸੈਂਡ ਕਰ ਦੇਵਾਂ। ਪਰ ਫਿਰ ਸੋਚਿਆ ਸਭ ਦੇ ਸਾਹਮਣੇ ਹੀ ਗੱਲ ਕਰਨੀ ਠੀਕ ਹੈ। ਭਾਬੀ ਆਏ ਤੇ ਕਹਿਣ ਲੱਗੇ ਕਿ ਮੈਂ ਤੇਰੇ ਲਈ ਸੂਟ ਲੈ ਕੇ ਆਈ ਹਾਂ
ਤੈਨੂੰ ਪਸੰਦ ਹੈ?" ਤਾਂ ਮੈਂ ਗੁੱਸੇ ਵਿੱਚ ਉੱਠ ਕੇ ਰਸੋਈ ਵਿੱਚ ਚਲੀ ਗਈ। ਭਾਬੀ ਮੇਰੇ ਪਿੱਛੇ ਹੀ ਆ ਗਈ ਤੇ ਕਹਿਣ ਲੱਗੀ, "ਤੇਰਾ ਫ਼ੋਨ ਕਿਉਂ ਬੰਦ ਆ? ਵੀਰ ਮੈਨੂੰ ਫ਼ੋਨ ਕਰ ਰਿਹਾ ਹੈ।" ਮੇਰੇ ਤੋਂ ਰਿਹਾ ਨਾ ਗਿਆ। ਮੈਂ ਫ਼ੋਨ ਵਾਲੀ ਫੋਟੋ ਕੱਢ ਕੇ ਵਿਖਾ ਦਿੱਤੀ ਤੇ ਕਿਹਾ ਕਿ ਵੀਰ ਕੱਲ੍ਹ ਨੂੰ ਆ ਰਿਹਾ ਹੈ ਤੇ ਤੁਹਾਡਾ ਭਾਂਡਾ ਕੱਲ੍ਹ ਸਭ ਦੇ ਸਾਹਮਣੇ ਹੀ ਫੋੜਨਾ ਹੈ। ਇਹ ਕਹਿ ਕੇ ਮੈਂ ਕਮਰੇ ਵਿੱਚ ਆ ਗਈ ਅਤੇ ਭਾਬੀ ਵੀ ਮੇਰੇ ਪਿੱਛੇ ਕਮਰੇ ਵਿੱਚ ਆ ਗਏ ਅਤੇ ਕਹਿਣ ਲੱਗੇ ਕਿ "ਇੱਕ ਮਿੰਟ, ਮੇਰੀ ਗੱਲ ਤਾਂ ਸੁਣ ਲੈ।" ਨੇ ਦੱਸਿਆ ਕਿ ਰਾਜਵੀਰ ਮੇਰਾ ਬਚਪਨ ਦਾ ਦੋਸਤ ਹੈ। ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਪਰ ਸਾਡਾ ਵਿਆਹ ਨਹੀਂ ਹੋ ਸਕਿਆ ਅਤੇ ਮੇਰਾ ਵਿਆਹ ਤੇਰੇ ਭਰਾ ਨਾਲ ਹੋ ਗਿਆ ਅਤੇ ਇਹ ਫੋਟੋ ਸਾਡੀ ਪੁਰਾਣੀ ਹੈ, ਕਾਲਜ ਟਾਈਮ ਦੀ। ਪਿਛਲੇ ਸਾਲ ਮੈਨੂੰ ਰਾਜਵੀਰ ਮਾਰਕੀਟ ਵਿੱਚ ਮਿਲਿਆ ਤੇ ਉਸਦਾ ਵਿਆਹ ਨਹੀਂ ਹੋਇਆ ਸੀ ਅਤੇ ਕੋਈ ਵਧੀਆ ਕੁੜੀ ਲੱਭ ਰਿਹਾ ਸੀ। ਮੈਂ ਉਸ ਦੇ ਨਾਲ ਤੇਰੀ ਗੱਲ ਕੀਤੀ ਅਤੇ ਉਸ ਦੇ ਘਰ ਦੇ ਵੀ ਅਤੇ ਇਹ ਫੋਟੋ ਮੈਂ ਤੇਰੇ ਭਰਾ ਨੂੰ ਵੀ ਵਿਖਾਈ ਸੀ। ਉਹਨਾਂ ਨੂੰ ਰਾਜਵੀਰ ਬਾਰੇ ਮੈਂ ਸਭ ਦੱਸ ਦਿੱਤਾ ਸੀ ਜਦੋਂ ਸਾਡਾ ਵਿਆਹ ਹੋਇਆ। ਪਰ ਮੇਰੇ ਦਿਲ ਵਿੱਚ ਸਵਾਲ ਸੀ ਕਿ ਤੁਸੀਂ ਉਹ ਦਵਾਈ ਕਿਉਂ ਰੱਖੀ ਹੈ ਅਤੇ ਉਸ ਦਿਨ ਤੁਸੀਂ ਉਲਟੀਆਂ ਕਰ ਰਹੇ ਸੀ ਤਾਂ ਮੈਨੂੰ ਭਾਬੀ ਨੇ ਕਿਹਾ ਕਿ ਉਹ ਤੇਰੀ ਪੁਰਾਣੀ ਦਵਾਈ ਹੈ। ਘੱਟੋ ਘੱਟ ਤੂੰ ਉਸਦੀ ਡੇਟ ਤਾਂ ਚੈੱਕ ਕਰ ਲੈਂਦੀ। ਜਦੋਂ ਮੈਂ ਜ਼ੂਮ ਕਰਕੇ ਡੇਟ ਚੈੱਕ ਕੀਤੀ ਤਾਂ ਉਹ ਸੱਚੀ ਪੁਰਾਣੀ ਦਵਾਈ ਸੀ। ਇਹੀ ਗੱਲ ਮੇਰੇ ਉਲਟੀ ਕਰਨ ਦੀ। ਉਹ ਦਵਾਈ ਦੇ ਰੈਪਰ ਤੂੰ ਰੱਖੇ ਨੇ ਤਾਂ ਚੈੱਕ ਕਰ ਲਈ, ਉਹ ਪੇਟ ਖਰਾਬ ਦੀ ਦਵਾਈ ਸੀ। ਮੈਨੂੰ ਸ਼ਰਮ ਆ ਰਹੀ ਸੀ। ਉਹਨਾਂ ਕਿਹਾ ਕਿ ਹੋਰ ਦੱਸ, ਕੁਝ ਪੁੱਛਣਾ? ਤਾਂ ਮੈਂ ਕਿਹਾ ਕਿ ਤੁਸੀਂ ਉਸ ਦਿਨ ਕਹਿ ਰਹੇ ਸੀ ਕਿ ਵੀਰ ਦਾ ਫ਼ੋਨ ਹੈ, ਪਰ ਜਦੋਂ ਮੈਂ ਵੀਰ ਨੂੰ ਫ਼ੋਨ ਕੀਤਾ ਤਾਂ ਉਹਨਾਂ ਨੇ ਚੁੱਕ ਲਿਆ। ਤਾਂ ਭਾਬੀ ਨੇ ਕਿਹਾ ਕਿ ਮੇਰੀ ਤੇਰੇ ਵੀਰ ਨਾਲ ਹੀ ਗੱਲ ਹੋ ਰਹੀ ਸੀ ਪਰ ਮੈਂ ਕੁਝ ਸਮੇਂ ਲਈ ਚੁੱਪ ਕਰ ਗਈ ਸੀ। ਤੂੰ ਆਪਣੇ ਵੀਰ ਨੂੰ ਕਿਹਾ ਸੀ ਕਿ ਭਾਬੀ ਲਈ ਕੋਈ ਵਧੀਆ ਜਿਹਾ ਗਿਫਟ ਲੈ ਕੇ ਆਇਓ। ਇਹ ਮੈਂ ਆਪਣੇ ਕੰਨੀਂ ਸੁਣਿਆ ਹੈ। ਮੈਨੂੰ ਬਹੁਤ ਸ਼ਰਮ ਆ ਰਹੀ ਸੀ। ਮੈਂ ਭਾਬੀ ਨਾਲ ਅੱਖ ਨਹੀਂ ਮਿਲਾ ਪਾ ਰਹੀ ਸੀ। ਮੈਂ ਕਿਹਾ, "ਮੈਨੂੰ ਮਾਫ਼ ਕਰ ਦਿਓ।" ਭਾਬੀ ਨੇ ਮੈਨੂੰ ਗਲ ਨਾਲ ਲਾ ਲਿਆ ਤੇ ਕਿਹਾ ਕਿ ਰਾਜਵੀਰ ਨਾਲ ਗੱਲ ਕਰ ਲੈ, ਉਹ ਫਿਕਰ ਕਰਦਾ ਹੋਣਾ। ਦੋਸਤੋ, ਕਦੀ-ਕਦੀ ਅੱਖੀਂ ਵੇਖੀ ਗੱਲ ਵੀ ਸੱਚ ਨਹੀਂ ਹੁੰਦੀ। ਹਮੇਸ਼ਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਸੋਚਣਾ ਤੇ ਸਮਝਣਾ ਚਾਹੀਦਾ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇਗੀ। ਜੇਕਰ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਣਾ ਤੇ ਆਪਣਿਆਂ ਦਾ ਧਿਆਨ ਰੱਖਣਾ।